ਪੰਦੇਰ ਸਾਹਿਬ, ਕਸ਼ਮੀਰ ਦੇ ਵਿੱਚ ਹੁਣ ਡਿਲਿਮਿਟੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ, ਸੋ ਹੁਣ ਇਲੈਕਸ਼ਨ ਹੋਏਗਾ ਜੀ, ਕਦੋਂ ਤੱਕ ਹੋਣ ਦੇ ਆਸਾਰ ਨੇ? ਪਹਿਲਾਂ ਤਾਂ ਵਾਸੂ ਜੀ ਸਾਰੇ ਸਰੋਤਿਆਂ ਨੂੰ ਯਾਦ ਕਰਾ ਦਈਏ ਕਿ ਅਕਤੂਬਰ 31 2019 ਨੂੰ ਭਾਰਤ ਸਰਕਾਰ ਨੇ ਧਾਰਾ 370 ਹਟਾ ਕੇ ਜੰਮੂ ਕਸ਼ਮੀਰ ਦੇ ਦੋ ਹਿੱਸੇ ਕੀਤੇ ਸੀ, ਜੰਮੂ ਕਸ਼ਮੀਰ ਇੱਕ ਤੇ ਲਦਾਖ ਦੂਸਰਾ ਹਿੱਸਾ, ਔਰ ਇਹਨਾਂ ਦੋਨਾਂ ਨੂੰ ਯੂਨੀਅਨ ਟੈਰੀਟਰੀਜ਼ ਬਣਾਇਆ ਸੀ ਜੀ। ਤੇ ਉਸ ਤੋਂ ਬਾਅਦ ਕਾਫੀ ਉੱਥੇ ਪ੍ਰੋਟੈਸਟ ਹੋਇਆ, ਕਸ਼ਮੀਰ ਕਾਫੀ ਦੇਰ ਬੰਦ ਰਿਹਾ, ਬਹੁਤ ਸਾਰਾ ਨੁਕਸਾਨ ਵੀ ਹੋ ਰਿਹਾ ਲੋਕਾਂ ਦਾ, ਤੇ ਗ੍ਰੈਜੂਅਲੀ ਸਿਚੁਏਸ਼ਨ ਇੰਪਰੂਵ ਹੋਈ, ਪ੍ਰੋਟੈਸਟ ਠੱਲ ਗਏ ਤੇ ਇੱਕ ਸਰਕਾਰ ਨੇ ਡੀਲਿਮਿਟੇਸ਼ਨ ਕਮਿਸ਼ਨ ਬਣਾਇਆ ਸੀ। ਜਸਟਿਸ ਰੰਜਨਾ ਦੇਸਾਈ ਜਿਹੜੇ ਹੈਗੇ ਆ ਉਹਨਾਂ ਦੀ ਰਹਿਨੁਮਾਈ ਹੇਠ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਉਹਦੇ ਮੈਂਬਰ ਵੀ ਸਨ, ਤੇ ਉਹਨੇ ਰਿਪੋਰਟ ਦਿੱਤੀ ਆ। ਇਹਨਾਂ ਨੇ ਹੁਣ ਇਹ ਪਹਿਲਾ ਕੰਮ ਹੈ ਜੀ, ਹਾਲੇ ਰਿਪੋਰਟ ਉਹਨਾਂ ਨੇ ਸਬਮਿਟ ਕੀਤੀ ਹੈ, ਕੇਂਦਰ ਸਰਕਾਰ ਨੇ ਇਸ ਰਿਪੋਰਟ ਨੂੰ ਐਕਸੈਪਟ ਕਰਨਾ, ਆਈ ਥਿੰਕ ਫਿਰ ਪਾਰਲੀਮੈਂਟ 'ਚ ਵੀ ਜਾਊਗੀ, ਕਿਉਂਕਿ ਫਿਰ ਪਾਰਲੀਮੈਂਟ ਦੇ ਵਿੱਚੋਂ ਹੀ ਉਹਦੀ ਜਿਹੜੀ ਐਕਸੈਪਟੈਂਸ ਹੈ ਜਾਂ ਵਾਟਐਵਰ ਜਿਹੜਾ ਐਗਜ਼ੈਕਟਿਵ ਆਰਡਰ ਆਊਗਾ। ਕੀ ਭਾਰਤ ਸਰਕਾਰ ਪਹਿਲਾਂ ਜੰਮੂ ਕਸ਼ਮੀਰ ਦਾ ਅਸੈਂਬਲੀ ਸਟੇਟਸ ਰਿਸਟੋਰ ਕਰਕੇ ਇਲੈਕਸ਼ਨ ਕਰਾਊਗੀ ਜਾਂ ਯੂਨੀਅਨ ਟੈਰੀਟਰੀ ਦੇ ਵਿੱਚ ਹੀ ਅਸੈਂਬਲੀ ਦੀਆਂ ਇਲੈਕਸ਼ਨਸ ਕਰਾ ਕੇ ਫਿਰ ਅਸੈਂਬਲੀ ਦਾ ਪੂਰਾ ਦਰਜਾ ਦਿੱਤਾ ਜਾਊਗਾ? ਇਹ ਵੀ ਹਾਲੇ ਗੱਲ ਤੈਅ ਹੋਣੀ ਹੈ। ਜਿਹੜਾ ਕਮਿਸ਼ਨ ਹੈ ਇਹਨੇ ਰਿਪੋਰਟ ਜਿਹੜੀ ਦਿੱਤੀ ਹੈ ਕਿ ਇੱਕ ਤਾਂ ਪਹਿਲੀ ਗੱਲ 83 ਤੋਂ ਵਧਾ ਕੇ ਸੀਟਾਂ 90 ਕਰ ਦਿੱਤੀਆਂ ਨੇ, ਤੇ ਇਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ 47 ਸੀਟਾਂ ਜਿਹੜੀਆਂ ਨੇ ਉਹ ਕਸ਼ਮੀਰ 'ਚ ਨੇ ਤੇ 43 ਜਿਹੜੀਆਂ ਨੇ ਉਹ ਜੰਮੂ ਦੇ ਹਲਕੇ 'ਚ ਆਉਂਦੀਆਂ ਨੇ। 2 ਸੀਟਾਂ ਇਹਨਾਂ ਨੇ ਇਹਦੇ ਵਿੱਚ ਰਿਜ਼ਰਵ ਕੀਤੀਆਂ ਨੇ ਕਸ਼ਮੀਰੀ ਮਾਈਗ੍ਰੈਂਟਸ ਵਾਸਤੇ, ਜਿਹੜੇ ਸਪੈਸ਼ਲੀ ਜਿਹੜੇ ਲੋਕ ਹਿੰਸਾ ਦੇ ਵਿੱਚ ਉਜੜ ਕੇ ਉੱਥੋਂ ਚਲੇ ਗਏ ਉਹਨਾਂ ਵਾਸਤੇ, ਉਹਨਾਂ 'ਚੋਂ ਇੱਕ ਮਹਿਲਾ ਵਾਸਤੇ ਵੀ ਹੈ। ਫਿਰ ਸ਼ਡਿਊਲ ਟਰਾਈਬਸ ਵਾਸਤੇ ਜਿਹੜੀਆਂ ਸੀਟਾਂ ਰਿਜ਼ਰਵਡ ਨੇ, ਪਹਿਲੀ ਵਾਰੀ ਹੋਇਆ 9 ਸੀਟਾਂ ਸ਼ਡਿਊਲ ਟਰਾਈਬਸ ਵਾਸਤੇ ਰਿਜ਼ਰਵ ਹੋਈਆਂ ਨੇ, ਤੇ ਨਾਲ ਹੀ ਜਿਹੜੀਆਂ ਹੈਗੀਆਂ 6 ਸੀਟਾਂ ਸ਼ਾਇਦ ਸ਼ਡਿਊਲ ਕਾਸਟ ਵਾਸਤੇ ਰਿਜ਼ਰਵ ਹੋਈਆਂ ਨੇ। 24 ਸੀਟਾਂ ਜਿਹੜੀਆਂ ਪਾਕਿਸਤਾਨ ਦੇ ਕੋਲੇ ਕਸ਼ਮੀਰ ਆ, ਉਹਦੀਆਂ ਜਿਹੜੀਆਂ ਸੀਟਾਂ ਨੇ ਉਹ ਉਸੇ ਤਰ੍ਹਾਂ ਹੀ ਪਹਿਲਾਂ ਵਾਂਗੂ ਹੀ ਖਾਲੀ ਪਈਆਂ ਰਹਿਣਗੀਆਂ। ਸੋ ਇਹ ਤਾਂ ਚਲੋ ਜੀ ਉਹਨਾਂ ਦੀ ਰਿਪੋਰਟ ਹੈ, ਪਰ ਇਹਦੇ ਨਾਲ ਜਿਹੜਾ ਸੀਗਾ ਜੀ ਨਾਲ ਦੀ ਨਾਲ ਐਕਸਪੈਕਟਡ ਲਾਈਨ ਦੇ ਉੱਤੇ ਬੀਜੇਪੀ ਤੋਂ ਇਲਾਵਾ ਬਾਕੀ ਸਾਰੀ ਪੋਲੀਟੀਕਲ ਪਾਰਟੀਆਂ ਨੇ, ਖਾਸ ਕਰਕੇ ਜਿਹੜੀਆਂ ਕਸ਼ਮੀਰ ਦੀਆਂ ਪਾਰਟੀਆਂ ਨੇ, ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਤੇ ਨੈਸ਼ਨਲ ਕਾਨਫਰੰਸ, ਉਹਨਾਂ ਨੇ ਇਸ ਰਿਪੋਰਟ ਨੂੰ ਖਾਰਜ ਕਰਤਾ। ਇੱਥੇ ਤੱਕ ਕਿ ਜਿਹੜੀ ਹੈਗੀ ਮਹਿਬੂਬਾ ਮੁਫਤੀ ਨੇ ਤਾਂ ਇੱਥੇ ਤੱਕ ਵੀ ਇਹ ਤਾਂ ਬੀਜੇਪੀ ਦੀ ਹੀ ਜਿਹੜਾ ਐਕਸਟੈਂਸ਼ਨ ਆ, ਉਹਨਾਂ ਦਾ ਏਜੰਡਾ ਹੀ ਬੋਲਿਆ ਜਾ ਰਿਹਾ। ਤੇ ਜਿਹੜਾ ਮਹਿਬੂਬਾ ਮੁਫਤੀ ਨੇ ਇਹ ਕਿਹਾ ਕਿ ਜਿਹੜਾ ਬੇਸਿਕ ਪੈਰਾਮੀਟਰ ਹੁੰਦਾ ਕਿਸੇ ਸੀਟ ਨੂੰ ਡੀਲਿਮਿਟ ਕਰਨ ਵਾਸਤੇ, ਉਹ ਪੋਪੂਲੇਸ਼ਨ ਹੁੰਦਾ, ਉਸ ਨੂੰ ਇਹਦੇ 'ਚ ਇਗਨੋਰ ਕੀਤਾ ਗਿਆ। ਸੋ ਉਹਨਾਂ ਦੀ ਪਾਰਟੀ ਇਸ ਦੇ ਵਿੱਚ ਕੋਈ ਯਕੀਨ ਨਹੀਂ ਰੱਖਦੀ। ਜਿਹੜੀ ਹੈਗੀ ਆ ਨੈਸ਼ਨਲ ਕਾਨਫਰੰਸ, ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀ ਅਸਲੀ ਜਿਹੜਾ ਹੈਗਾ ਇਹਨੂੰ ਉਹਨਾਂ ਨੇ ਦੇਖ ਤਾਂ ਲਿਆ ਕਿ ਧੱਕਾ ਕੀਤਾ, ਪਰ ਜਿਹੜੀ ਕਨਸਟੀਟੂਐਂਸੀ ਵਾਈਜ਼ ਕੀ ਜਿਹੜੀਆਂ ਹੈਗੀਆਂ ਨੇ ਇਹਦਾ ਇੰਪੈਕਟ ਹੋਊਗਾ ਉਹ ਅਸੀਂ ਦੇਖਾਂਗੇ, ਫਿਰ ਇਹਦੇ ਤੇ ਰਿਸਪੌਂਡ ਕਰਾਂਗੇ। ਤੇ ਜਿਹੜੇ ਸੀਗੇ ਜੀ ਕਾਂਗਰਸ ਨੇ ਸਿੱਧਾ ਕਿਹਾ ਜੀ ਕਿ ਇਹ ਬੀਜੇਪੀ ਦੀ ਡਰਾਫਟ ਰਿਪੋਰਟ ਹੈ, ਸਾਨੂੰ ਕਹਿੰਦੇ ਜੀ ਇਹ ਖਦਸ਼ੇ ਪਹਿਲਾਂ ਹੀ ਸੀ ਕਿ ਕਮਿਸ਼ਨ ਨੇ ਇੱਕ ਜਿਹੜੀ ਹੈਗੀ ਆ ਆਈ ਵਾਸ਼ ਜਾਂ ਐਕਸਰਸਾਈਜ਼ ਕੀਤੀ ਆ ਡਰਾਫਟ ਰਿਪੋਰਟ ਦੇ ਵਿੱਚ, ਤੇ ਜਿਹੜੀਆਂ ਜਿਹੜੀ ਬੀਜੇਪੀ ਆ ਉਹ ਆਪਣਾ ਇੱਕ ਏਜੰਡਾ ਜਿਹੜਾ ਹੈਗਾ ਕਮਿਊਨਲ ਡਿਵਾਈਡ ਦਾ ਉਹ ਅੱਗੇ ਵਧਾ ਰਹੀ ਹੈ, ਤੇ ਇਸ ਨੂੰ ਉਹ ਵੀ ਰਿਜੈਕਟ ਕਰ ਰਹੇ ਆ। ਸੋ ਬੀਜੇਪੀ ਨੇ ਕਿਹਾ ਜੀ ਇਹ ਇੱਕ ਫਾਰਵਰਡ ਸਟੈਪ ਹੈ। ਸੌਰੀ, ਮੁਫਤੀ ਜਿਹੜੀ ਹੈਗੀ ਆ ਮਹਿਬੂਬਾ ਮੁਫਤੀ ਨੇ ਇਹ ਵੀ ਕਿਹਾ ਬਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਬੀਜੇਪੀ, ਅਕਤੂਬਰ 2019 ਦਾ ਜਿਹੜਾ ਧਾਰਾ 370 ਦਾ ਜਿਹੜਾ ਸਪੈਸ਼ਲ ਸਟੇਟਸ ਕਸ਼ਮੀਰ ਕੋਲੋਂ ਖੋਇਆ, ਕਸ਼ਮੀਰੀ ਕਦੇ ਬੀਜੇਪੀ ਨੂੰ ਇਸ ਵਾਸਤੇ ਮਾਫ ਨਹੀਂ ਕਰਨਗੇ। ਸੋ ਸਿਆਸਤ ਸ਼ੁਰੂ ਹੋ ਗਈ ਹੈ, ਦੇਖਦੇ ਆ ਚੋਣਾਂ ਕਦੋਂ ਹੁੰਦੀਆਂ ਨੇ, ਇਹਦਾ ਗਜ਼ਟ ਨੋਟੀਫਿਕੇਸ਼ਨ ਕਦੋਂ ਹੁੰਦਾ, ਤੇ ਫਿਰ ਐਕਚੁਅਲੀ ਇਲੈਕਸ਼ਨ ਕਦੋਂ ਤੱਕ ਹੁੰਦੀਆਂ। ਪੰਦੇਰ ਸਾਹਿਬ, ਕਰਨਾਲ ਵਿੱਚੋਂ 4 ਗੈਂਗਸਟਰਸ ਗ੍ਰਿਫਤਾਰ ਕੀਤੇ ਗਏ ਨੇ ਤੇ ਬਹੁਤ ਵੱਡੀ ਮਾਤਰਾ ਵਿੱਚ ਉਹਨਾਂ ਤੋਂ ਹਥਿਆਰ ਬਰਾਮਦ ਹੋਏ ਨੇ, ਤੇ ਅਧਿਕਾਰੀਆਂ ਦਾ ਇਹ ਕਹਿਣਾ ਵੀ ਹੋ ਸਕਦਾ ਇਹਨਾਂ ਦੇ ਖਾਲਿਸਤਾਨੀ ਜਥੇਬੰਦੀਆਂ ਦੇ ਨਾਲ ਸੰਬੰਧ ਹੋਣ। ਹਾਂਜੀ ਵਾਸੂ ਜੀ, ਇਹ ਕਾਫੀ ਕੱਲ ਜਿਹੜਾ ਹੈਗਾ ਡਰਾਮੈਟਿਕ ਐਕਸਰਸਾਈਜ਼ ਹੋਈ
ਪਹਿਲਾਂ ਤਾਂ ਕਰਨਾਲ ਪੁਲਿਸ ਨੇ ਇਹ ਕਿਹਾ ਕਿ ਜੀ ਅਸੀਂ ਇਹ ਫੜੇ ਨੇ, ਉਹਨਾਂ ਨੂੰ ਸਿੱਧਾ ਹੀ ਪਹਿਲਾਂ ਤਾਂ ਖਾਲਿਸਤਾਨੀ ਕਿਹਾ ਗਿਆ, ਪਰ ਬਾਅਦ ਚੋਂ ਪੰਜਾਬ ਪੁਲਿਸ ਨੇ ਵੀ ਕੋਈ ਖੁਲਾਸੇ ਕੀਤੇ ਕਿ ਅਸੀਂ ਕੋਈ 300 ਕਿਲੋਮੀਟਰ ਇਹ ਚਾਰਾਂ ਦਾ ਬੰਦਿਆਂ ਦਾ ਜਿਹੜਾ ਸੀ ਇਹ ਚੇਜ਼ ਕੀਤਾ ਇਹਨਾਂ ਨੂੰ, ਫਿਰ ਜਾ ਕੇ ਕਰਨਾਲ ਪੁਲਿਸ ਦੇ ਨਾਲ ਇਹਦੀਆਂ ਡਿਟੇਲਸ ਸਾਂਝੀਆਂ ਕੀਤੀਆਂ। ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਨੇ ਵੀਕੇ ਭਾਮਰਾ, ਉਹ ਇਹ ਕਹਿ ਰਹੇ ਆ ਕਿ ਜੀ ਉਹਨਾਂ ਨੂੰ ਇੱਕ ਕੇਂਦਰੀ ਏਜੰਸੀ ਵੱਲੋਂ ਜਿਹੜੇ ਸੀ ਰਿਪੋਰਟ ਮਿਲੀ। ਫਿਲਹਾਲ ਜਿਹੜੇ ਇਹ ਜਿਹੜੇ ਫੜੇ ਗਏ ਨੇ ਉਹਦੇ ਵਿੱਚ ਹੈਗੇ ਜੀ ਕਿ ਗੁਰਪ੍ਰੀਤ ਸਿੰਘ ਆ, ਉਹਦਾ ਬ੍ਰਦਰ ਹੈਗਾ ਅਮਨਦੀਪ ਸਿੰਘ, ਤੇ ਇੱਕ ਉਹਨਾਂ ਦਾ ਸਾਥੀ ਪਰਮਿੰਦਰ ਸਿੰਘ ਆ, ਇਹ ਤਾਂ ਹੈਗੇ ਜੀ ਜ਼ੀਰੇ ਦੇ ਰਹਿਣ ਵਾਲੇ, ਤੇ ਇੱਕ ਹੈਗਾ ਜੀ ਭੁਪਿੰਦਰ ਸਿੰਘ, ਇਹ ਹੈਗਾ ਜੀ ਲੁਧਿਆਣੇ ਦਾ। ਇਹ ਸਾਰੇ ਇਹ ਜਿਹਨੂੰ ਕਹਿੰਦੇ 25 ਔਰ 30 ਸਾਲ ਦੇ ਵਿੱਚ ਦੀ ਉਮਰ ਦੇ ਵਿੱਚ ਇਹਨਾਂ ਨੂੰ ਫੜਿਆ ਦੇਖਿਆ, ਇਹਨਾਂ ਦੀ ਉਮਰ ਹੈ। ਇਹਨਾਂ ਕੋਲੋਂ ਕੋਈ 2.5 ਕਿਲੋ ਵਿਸਫੋਟਕ ਸਮੱਗਰੀ ਹੈ, ਔਰ ਕੋਈ ਰਿਪੋਰਟਸ ਕਹਿ ਰਹੀਆਂ ਕਿ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸਿਸ ਨੇ ਉਹ, ਔਰ ਇੱਕ ਪਿਸਤੌਲ, 30 ਕਾਰਤੂਸ, ਔਰ ਕੋਈ 1,30,000 ਦੇ ਆਸ-ਪਾਸ ਨਗਦੀ ਵੀ ਹੈ। ਇਹਦੇ 'ਚ ਜਿਹੜੀ ਖਾਸ ਗੱਲ ਹੈ ਨਾ ਵਾਸੂ ਜੀ, ਉਹ ਇਹ ਆ ਕਿ ਇਹ ਜਿਹੜੀ ਖੇਪ ਹੈ, ਉਹ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਦੱਸਦੀ ਹੈ ਜਿਹੜੀ ਇਹ ਖੇਪ ਹੈ ਇਹ ਜਿਹੜੇ ਡਰੋਨਸ ਦੇ ਰਾਹੀਂ ਫਿਰੋਜ਼ਪੁਰ 'ਚ ਡਿਲੀਵਰ ਹੋਈ, ਜਿਹਦੇ ਬਾਰੇ ਬੇਸ਼ੱਕ ਜਿਹੜੀਆਂ BSF ਹੈ ਔਰ ਹੋਰ ਜਿਹੜੀ ਪੰਜਾਬ ਪੁਲਿਸ ਵੀ ਗੱਲ ਕਰਦੀ ਰਹੀ ਹੈ, ਪਰ ਉਹਦੇ ਤੇ ਕਿੰਤੂ ਪਰੰਤੂ ਵੀ ਲੋਕੀ ਕਰਦੇ ਆ ਜੀ ਕਿ ਜ਼ਿਆਦਾ ਹਾਈਪ ਕ੍ਰੀਏਟ ਕਰਦੇ ਆ, ਤੇ ਤਾਂ ਕਰਕੇ ਆ। ਸੋ ਇਹ ਪਹਿਲੀ ਗੱਲ ਤਾਂ ਇਹ ਗੈਂਗਸਟਰ ਸੀਗੇ, ਇਹਨਾਂ ਨੂੰ ਇਹ ਕਿਹਾ ਜਾਂਦਾ ਕਿ ਕੋਈ ਬੱਬਰ ਖਾਲਸਾ ਦਾ ਇੱਕ ਕੋਈ ਗੈਂਗਸਟਰ ਹੈ ਜੋ ਪਹਿਲਾਂ ਗੈਂਗਸਟਰ ਸੀ, ਫਿਰ ਉਹਨੂੰ ਬੱਬਰ ਖਾਲਸਾ ਜੁਆਇਨ ਕਰਕੇ ਹੁਣ ਪਾਕਿਸਤਾਨ 'ਚ ਸੈਟਲ ਆ, ਉਹਦਾ ਨਾਂ ਹੈ ਹਰਵਿੰਦਰ ਸਿੰਘ ਰਿੰਦਾ। ਬਈ ਉਹਨੇ ਇਹ ਖੇਪ ਪਹੁੰਚਾਈ ਹੈ, ਤੇ ਇਹ ਜਿਹੜੀ ਸੀਗੀ ਕੋਈ ਅਦੀਲਾਬਾਦ ਜਗ੍ਹਾ ਹੈ ਤੇਲੰਗਾਨਾ, ਉੱਥੇ ਪਹੁੰਚਾਉਣੀ ਸੀ। ਸੋ ਬੱਬਰ ਖਾਲਸਾ ਦਾ ਤੇਲੰਗਾਨਾ 'ਚ ਪਹੁੰਚਾਉਣ ਦਾ ਕੀ ਹੈਗਾ, ਮੈਨੂੰ ਨਹੀਂ ਗੱਲ ਸਮਝ ਆ ਰਹੀ। ਉਹ ਅੱਗੇ ਜਾ ਕੇ ਕਦੇ ਇਨਵੈਸਟੀਗੇਸ਼ਨ ਹੋਊਗੀ। ਜਿਸ ਤਰ੍ਹਾਂ ਹਰਿਆਣਾ ਦੇ ਹੋਮ ਮਿਨਿਸਟਰ ਅਨਿਲ ਵਿਜ ਕਹਿ ਰਹੇ ਆ ਕਿ ਅਸਲੀ ਹਾਲੇ ਤਾਂ ਪ੍ਰੀਲਿਮਿਨਰੀ ਇੰਟਰੋਗੇਸ਼ਨਸ ਨੇ, ਪ੍ਰੀਲਿਮਿਨਰੀ ਰਿਪੋਰਟਸ ਨੇ। ਪੰਜਾਬ ਦੇ ਤੇ ਹਰਿਆਣੇ ਦੇ ਪੁਲਿਸ ਅਫਸਰ ਵੀ ਕਹਿ ਰਹੇ ਆ ਕਿ ਹਾਲੇ ਬਹੁਤ ਹੀ ਇਨੀਸ਼ੀਅਲ ਇਨਵੈਸਟੀਗੇਸ਼ਨ ਆ, ਹੋ ਸਕਦਾ ਜਿਹੜੇ ਫੜੇ ਹੋਏ ਵਿਅਕਤੀ ਨੇ ਇਹ ਪੁਲਿਸ ਨੂੰ ਮਿਸਲੀਡ ਕਰਦੇ ਹੋਣ। ਸੋ 9 ਦਿਨਾਂ ਦਾ ਪੁਲਿਸ ਰਿਮਾਂਡ ਉਹਨਾਂ ਦਾ ਮਿਲ ਗਿਆ, ਜੱਜ ਨੇ ਦੇ ਦਿੱਤਾ ਕਰਨਾਲ ਦੇ ਨੇ। ਸੋ ਉਹਦੇ ਵਿੱਚੋਂ ਕੀ ਤਫਤੀਸ਼ ਹੋਏਗੀ, ਅਨਿਲ ਵਿਜ ਉਹਨਾਂ ਦਾ ਤਾਂ ਇਹ ਕਹਿਣਾ ਕਿ ਜਦੋਂ ਕੇਸ ਕੋਰਟ ਦੇ ਸਾਹਮਣੇ ਜਾਏਗਾ ਤੇ ਉਦੋਂ ਅਸੀਂ ਦੱਸਾਂਗੇ ਵੀ ਕੀ ਇਹਦੇ ਵਿੱਚੋਂ ਸਾਨੂੰ ਸਾਹਮਣੇ ਆਇਆ। ਪਰ ਨਾਰਮਲੀ ਪੁਲਿਸ ਵੀ ਦੱਸ ਦਿੰਦੀ ਹੈ ਕਿ ਜੇ ਕੋਈ ਸਨਸਨੀਖੇਜ਼ ਇਸ ਦੇ ਵਿੱਚ ਡਿਵੈਲਪਮੈਂਟ ਹੋਵੇ ਤਾਂ। ਸੋ ਇਦੋਂ ਵੀ ਪਹਿਲਾਂ ਆਪਣੇ ਅੰਮ੍ਰਿਤਸਰ 'ਚ ਵੀ 4 ਗੈਂਗਸਟਰ ਫੜੇ ਸੀ, ਉਹਨਾਂ ਕੋਲੋਂ ਰਾਈਫਲਸ ਤੇ ਪਿਸਟਲਸ ਵਗੈਰਾ ਭਾਰੀ ਮਾਤਰਾ ਦੇ ਵਿੱਚ, ਵੀ 7 ਰਾਈਫਲ, 7 ਪਿਸਤੌਲ, 14 ਮੈਗਜ਼ੀਨ, 111 ਕਾਰਤੂਸ, 3 ਕਾਰਾਂ ਉਹਨਾਂ ਕੋਲੋਂ ਵੀ ਮਿਲੀਆਂ ਸੀ, ਤੇ ਔਰ ਉਹ ਵੀ ਕੋਈ ਵੱਡੀ ਵਾਰਦਾਤ ਕਰਨ ਦਾ ਪ੍ਰੋਗਰਾਮ ਸੀਗਾ। ਇਸ ਤੋਂ ਇਲਾਵਾ ਜਿਹੜਾ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਸਾਂਬਾ ਸੈਕਟਰ ਆ, ਉੱਥੇ ਇੱਕ ਇੰਟਰਨੈਸ਼ਨਲ ਬਾਰਡਰ ਦੇ ਆਰ-ਪਾਰ 150 ਮੀਟਰ ਦੀ ਇੱਕ ਸੁਰੰਗ ਲੱਭੀ ਆ, ਜਿਹੜੀ ਜੈਸ਼-ਏ-ਮੁਹੰਮਦ ਦੇ ਜਿਹੜੇ ਦਹਿਸ਼ਤਗਰਦ ਨੇ ਉਹ ਵਰਤਣਾ ਚਾਹੁੰਦੇ ਸੀ, ਔਰ ਜਿਹੜੀ ਇਸ ਵੇਲੇ ਅਮਰਨਾਥ ਯਾਤਰਾ ਸ਼ੁਰੂ ਹੋਣ ਵਾਲੀ ਆ ਉਹਦੇ ਤੇ ਹਮਲਾ ਕਰਨ ਦੀ ਤਿਆਰੀ ਸੀ। ਇਹ ਭਾਰਤ ਦੇ ਵਿੱਚ ਜਿਹੜੀਆਂ ਸੁਰੱਖਿਆ ਏਜੰਸੀਜ਼ ਨੇ, ਇੰਟੈਲੀਜੈਂਸ ਏਜੰਸੀਜ਼ ਨੇ, ਉਹਨਾਂ ਦੇ ਨਾਲ ਮਿਲ ਕੇ ਇਹ ਕੱਲ ਦੀ ਕਾਰਵਾਈ ਆ ਸਾਰੀ, ਜਾਂ ਅੱਜ ਦੀ ਕਾਰਵਾਈ ਕਹਿ ਲਓ। ਪੰਦੇਰ ਸਾਹਿਬ, ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਸੀ, ਕਹਿੰਦੇ ਵੀ ਝਾਰਖੰਡ ਦੇ ਵਿੱਚ ਇੱਕ ਕੋਲੇ ਦੀ ਖਾਣ ਹੈ ਜਿੱਥੋਂ ਪੰਜਾਬ ਨੂੰ ਕੋਲਾ ਆਇਆ ਕਰਦਾ, ਕਹਿੰਦੇ 2015 ਤੋਂ ਬੰਦ ਪਈ ਹੈ, ਤੇ ਉਸ ਖਾਣ ਨੂੰ ਕਹਿੰਦੇ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ। ਵਾਸੂ ਜੀ, ਕੱਲ ਅਸੀਂ ਆਪਣੇ ਸਰੋਤਿਆਂ ਨਾਲ ਗੱਲ ਸਾਂਝੀ ਕੀਤੀ ਸੀ ਕਿ ਕੇਂਦਰ ਸਰਕਾਰ ਨੇ ਇਹ ਕਿਹਾ ਕਿ ਕੋਲਾ ਇੰਪੋਰਟ ਕਰੋ ਜੇ ਆਪਣੇ ਥਰਮਲ ਪਲਾਂਟ ਚਲਾਉਣੇ। ਸੋ ਇਹਦਾ ਖਾਸਾ ਖਰਚਾ ਪੈ ਰਿਹਾ ਸੀ ਪੰਜਾਬ ਨੂੰ। ਇਮੀਡੀਏਟਲੀ ਜੇ ਕੋਲਾ ਇੰਪੋਰਟ ਕਰਨਾ ਤਾਂ 800 ਕਰੋੜ ਦੇ ਆਸ-ਪਾਸ ਪੈਸੇ ਉਹਨਾਂ ਨੂੰ ਚਾਹੀਦੇ ਆ, ਤੇ ਪਹਿਲਾਂ ਹੀ ਕਰਜ਼ਾ ਦਾ ਬੋਝ ਆ, ਤੇ ਇਹ ਨਹੀਂ ਪਤਾ ਲੱਗ ਰਿਹਾ ਕਿੱਧਰ ਨੂੰ ਜਾਵੇ। ਸੋ ਇਹ ਪੈਸੇ ਲਿਆਉਣੇ ਕਿੱਥੋਂ ਆ, ਸੋ ਉਹ ਪ੍ਰੋਬਲਮ ਹੈਗੀ ਆ। ਤੇ ਹੁਣ ਇੱਕ ਵੀਡੀਓ ਸਰਕੂਲੇਸ਼ਨ ਦੇ ਵਿੱਚ ਹੈ ਜਿੱਥੇ ਭਗਵੰਤ ਮਾਨ ਪਤਾ ਨਹੀਂ ਕਿਹਨਾਂ ਨਾਲ ਗੱਲ ਕਰ ਰਹੇ ਨੇ, ਉਹ ਓਕੇਜ਼ਨ ਕਿਹੜਾ ਕਿੱਥੇ ਆ, ਪਰ ਇਹ ਲੱਗ ਰਿਹਾ ਬਈ ਦਫ਼ਤਰ ਚੋਂ ਬਾਹਰ ਨੇ। ਨਾਰਮਲੀ ਉਹ ਦਫ਼ਤਰ ਚੋਂ ਇੱਕ ਵੀਡੀਓ ਇਸ਼ੂ ਹੁੰਦੀ ਆ, ਅੱਜ ਕੱਲ੍ਹ ਪ੍ਰੈਸ ਨੋਟ ਦੇ ਨਾਲ ਇੱਕ ਚੀਫ ਮਿਨਿਸਟਰ ਸਾਹਿਬ ਦੀ ਵੀਡੀਓ ਵੀ ਆਉਂਦੀ ਹੈ। ਸੋ ਇਸ ਵੀਡੀਓ ਦੇ ਵਿੱਚ ਭਗਵੰਤ ਮਾਨ ਉਹਨਾਂ ਦਾ ਕਹਿਣ ਦਾ ਕਿ ਉਹ ਮਈ ਦੇ ਐਂਡ ਦੇ ਵਿੱਚ, ਇਸ ਮਹੀਨੇ ਦੇ ਐਂਡ ਦੇ ਵਿੱਚ ਝਾਰਖੰਡ ਜਾਣਗੇ,
ਜਿਸ ਤਰ੍ਹਾਂ ਤੁਸੀਂ ਕਿਹਾ ਜੀ 2015 ਤੋਂ ਪਈ ਹੈ, ਇਹ ਸਮਝ ਨਹੀਂ ਆਉਂਦੀ ਵੀ ਜੇ ਆਪਣੀ ਖਾਨ ਹੈਗੀ ਆ ਕੋਲੇ ਦੀ, ਖਰੀਦੀ ਹੋਈ ਆ ਪੰਜਾਬ ਸਰਕਾਰ ਨੇ ਆਪਣੇ ਬਿਜਲੀ ਡਿਪਾਰਟਮੈਂਟ ਵਾਸਤੇ, ਉਹ ਚਲਾਈ ਕਿਉਂ ਨਹੀਂ ਜਾ ਰਹੀ? ਤੇ ਉਹਦਾ ਬੜੇ ਹੀ ਨਾਟਕੀ ਤਰੀਕੇ ਦੇ ਨਾਲ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜਾ ਬਾਹਰੋਂ ਖਰੀਦਣ ਦੇ ਵਿੱਚ ਉਹ ਫਿਰ ਉਹ ਹੱਥ ਨਾਲ ਇਸ਼ਾਰਾ ਕਰਕੇ ਕਹਿੰਦੇ ਫਿਰ ਇਹਦੀ ਸੈਟਿੰਗ ਕਰਨੀ ਹੁੰਦੀ ਹੈ, ਯਾਨੀ ਕਿ ਪੈਸੇ ਦਾ ਜਿਹੜਾ ਕਮਿਸ਼ਨ ਆ ਉਹਦੀ ਪ੍ਰੋਬਲਮ ਹੈ, ਇਸ ਲਈ ਨਹੀਂ ਕੀਤੀ ਜਾਂਦੀ। ਨਾਲ ਹੀ ਉਹਨਾਂ ਨੇ ਫਿਰ ਇਸੇ ਗੱਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਦੋਂ ਫਾਈਲਾਂ ਹੁੰਦੀਆਂ ਨੇ ਉਹਨਾਂ ਦੇ ਕੋਲੇ, ਉਹਨਾਂ ਨੂੰ ਇੰਝ ਲੱਗਦਾ ਕਿ ਉਹ ਪੰਜਾਬ ਦੇ ਲੋਕਾਂ ਦੇ ਲਹੂ ਨਾਲ ਭਿੱਜੀਆਂ ਹੋਈਆਂ ਨੇ, ਇੰਨਾ ਖੂਨ ਚੂਸਿਆ ਰਵਾਇਤੀ ਪਾਰਟੀਆਂ ਨੇ ਲੋਕਾਂ ਦਾ। ਸੋ ਉਹ ਕਹਿੰਦੇ ਹੌਲੀ ਹੌਲੀ ਕੰਮ ਹੋ ਰਹੇ ਨੇ, ਕਿਸ ਤਰ੍ਹਾਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਰਜਿਸਟ ਕਰ ਰਹੀਆਂ, ਇੱਥੇ ਤੱਕ ਵੀ ਕਿ ਜਿਹੜੇ ਸਰਕਾਰੀ ਮਕਾਨ ਨੇ ਜਿਨ੍ਹਾਂ ਦੇ ਵਿੱਚ ਕਹਿੰਦੇ ਵੀ ਹਾਰਨ ਤੋਂ ਬਾਅਦ ਵੀ ਖਾਲੀ ਨਹੀਂ ਕਰ ਰਹੇ, ਔਰ ਉਹ ਸਾਰੀਆਂ ਗੱਲਾਂ ਉਹਨਾਂ ਨੇ ਵਿਅੰਗ ਵੀ ਕੀਤਾ ਆਪਣਾ ਜਿਹੜਾ ਟਿਪੀਕਲ ਉਹਨਾਂ ਦਾ ਸਟਾਈਲ ਹੈ ਉਹਦੇ ਵਿੱਚ। ਤੇ ਨਾਲ ਪਰ ਇਹ ਗੱਲ ਸਾਹਮਣੇ ਲਿਆਤੀ ਕਿ ਕੁਝ ਪਰਫਾਰਮੈਂਸ ਜਾਂ ਜਿਹੜਾ ਇਸ ਵੇਲੇ ਦਾ ਬਿਜਲੀ ਸੰਕਟ ਹੈ ਪੰਜਾਬ ਦੇ ਵਿੱਚ ਉਹ ਨੈਚੁਰਲ ਨਹੀਂ ਹੈ। ਲੋਕੀ ਤਾਂ ਇਹ ਕਹਿੰਦੇ ਨੇ, ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਵਾਸੂ ਜੀ ਇਹ ਬਹਿਸ ਚੱਲ ਰਹੀ ਸੀ ਕਿ ਪੰਜਾਬ ਦੇ ਵਿੱਚ ਬਿਜਲੀ ਦੀ ਜਿਹੜੀ ਖਪਤ ਆ ਉਹ ਵੱਧ ਗਈ, ਤਾਂ ਕਰਕੇ ਸੰਕਟ ਹੋ ਗਿਆ। ਹੁਣ ਗੱਲ ਇਹ ਹੈ ਕਿ ਸਪਲਾਈ ਦੀ ਗੱਲ ਆ। ਫਿਰ ਕਹਿੰਦੇ ਜੀ ਕੇਂਦਰ ਸਰਕਾਰ ਤੇ ਵੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕੇਂਦਰ ਸਰਕਾਰ ਕੋਲਾ ਨਹੀਂ ਪ੍ਰੋਵਾਈਡ ਕਰਦੀ, ਜਦੋਂ ਤੁਹਾਡੀ ਆਪਣੀ ਪਿੱਟ ਹੈ ਉੱਥੇ ਝਾਰਖੰਡ ਦੇ ਵਿੱਚ, ਉੱਥੋਂ ਕੋਲਾ ਲਿਆਉਣ ਦੇ ਵਿੱਚ ਪ੍ਰੋਬਲਮ ਕੀ ਸੀ? ਸੋ ਪਿਛਲੇ 7 ਸਾਲਾਂ ਦੇ ਵਿੱਚ ਜਿਹੜੀਆਂ ਪ੍ਰੋਬਲਮ ਬਿਜਲੀ ਮਹਿਕਮੇ ਨੂੰ ਜਾਂ ਬਿਜਲੀ ਸੈਕਟਰ ਦੇ ਵਿੱਚ ਆਈਆਂ ਨੇ, ਉਹ ਆਈ ਥਿੰਕ ਸਰਕਾਰੀ ਤੰਤਰ ਦੀਆਂ ਮੈਨ-ਮੇਡ ਜਾਂ ਡੈਲੀਬਰੇਟਲੀ ਕ੍ਰੀਏਟਡ ਪ੍ਰੋਬਲਮਸ ਨੇ। ਬੰਦੇਰ ਸਾਹਿਬ, ਤੁਸੀਂ ਪਰਸੋਂ ਖਬਰ ਸਾਂਝੀ ਕੀਤੀ ਸੀ ਕਿ ਕਾਂਗਰਸ ਵੱਲੋਂ ਹੁਣ ਗਵਰਨਰ ਨੂੰ ਕਿਹਾ ਜਾ ਰਿਹਾ ਪੰਜਾਬ ਦੇ ਕਿ ਜਿਹੜਾ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ ਪੰਜਾਬ ਤੇ ਦਿੱਲੀ ਵਿਚਕਾਰ ਉਹਨੂੰ ਰੱਦ ਕੀਤਾ ਜਾਵੇ। ਹੁਣ ਅਕਾਲੀ ਦਲ ਵੱਲੋਂ ਵੀ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਨੌਲੇਜ ਸ਼ੇਅਰਿੰਗ ਐਗਰੀਮੈਂਟ ਇਹ ਰੱਦ ਹੋਣਾ ਚਾਹੀਦਾ, ਤੇ ਨਾਲ ਉਹ ਕਹਿ ਰਹੇ ਨੇ ਵੀ ਪਟਿਆਲੇ ਵਿੱਚ ਜਿਹੜੀ ਹਿੰਸਾ ਹੋਈ ਉਹਦੀ ਜਾਂਚ CBI ਵੱਲੋਂ ਕੀਤੀ ਜਾਵੇ। ਹਾਂਜੀ ਵਾਸੂ ਜੀ, ਕਈ ਵਾਰੀ ਤਾਂ ਹੁਣ ਅਕਾਲੀ ਦਲ ਤੇ ਤਰਸ ਜਿਹਾ ਹੀ ਆਉਣਾ ਸ਼ੁਰੂ ਹੋ ਗਿਆ ਕਿ ਕੋਸ਼ਿਸ਼ ਕਰ ਰਹੇ ਆ ਕੋਈ ਮੁੱਦਾ ਤਾਂ ਬਣੇ ਜਿੱਥੇ ਜਾ ਕੇ ਲੋਕੀ ਉਹਨਾਂ ਦੀ ਕੋਈ ਗੱਲਬਾਤ ਸੁਣ ਲੈਣ। ਹੁਣ ਇਹ ਲੱਗਦਾ ਕਿ ਜਿਹੜਾ ਪੰਜਾਬ ਦੀ ਸਾਈਕੀ ਦੇ ਵਿੱਚ ਹੈ ਨਾ ਵੀ ਐਂਟੀ ਦਿੱਲੀ ਜਾਂ ਕੇਂਦਰ ਦੇ ਕਿਸੇ ਵੀ ਸੈਂਟਰ ਦੇ ਖਿਲਾਫ ਕੋਈ ਪਾਵਰ ਸੈਂਟਰ ਜਿਹੜਾ ਹੁੰਦਾ, ਜਿਹੜਾ ਪੰਜਾਬ ਦੀ ਸਾਈਕੀ ਦੇ ਵਿੱਚ ਆ ਉਹਦੇ ਖਿਲਾਫ ਖੜੇ ਹੋਣ ਦੀ ਗੱਲ। ਹੁਣ ਉਹਨਾਂ ਨੂੰ ਲੱਗਦਾ ਵੀ ਜਿਹੜਾ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੈ, ਜੇ ਅਸੀਂ ਇਸ ਨੂੰ ਇਸ਼ੂ ਬਣਾ ਲਈਏ ਤਾਂ ਹੋ ਸਕਦਾ ਸਾਨੂੰ ਕੁਛ ਨਾ ਕੁਛ ਜਿਹੜੇ ਹੈਗੀ ਆ ਅਟੈਂਸ਼ਨ ਮਿਲ ਜੇ। ਸੋ ਕਾਂਗਰਸ ਦੀ ਤਰ੍ਹਾਂ ਹੀ ਦੀ ਤਰਜ਼ ਤੇ ਉਹ ਕੱਲ ਜਿਹੜੇ ਪੰਜਾਬ ਦੇ ਗਵਰਨਰ ਨੇ ਸੁਖਬੀਰ ਬਾਦਲ ਲੈ ਕੇ ਗਏ ਆ ਆਪਣਾ ਇੱਕ ਡੈਲੀਗੇਸ਼ਨ, ਉਹਦੇ ਵਿੱਚ ਸਾਰੇ ਸੀਨੀਅਰ ਲੀਡਰਸ ਉਹ 'ਚ ਸ਼ਾਮਲ ਸੀ। ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਡਾਕਟਰ ਦਲਜੀਤ ਸਿੰਘ ਚੀਮਾ ਵਗੈਰਾ, ਇਹ ਸਾਰੇ ਮਿਲੇ ਤੇ ਇਹਨਾਂ ਨੇ ਮੈਮੋਰੈਂਡਮ ਦਿੱਤਾ ਤੇ ਕਿਹਾ ਕਿ ਜੀ ਇਹਨੂੰ ਰੱਦ ਕਰੋ ਜੀ, ਇਸ ਨੂੰ ਜਿਹੜਾ ਹੈਗਾ ਪਾਵਰ ਜਿਹੜਾ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੈ। ਤੇ ਉਹਦੇ ਵਿੱਚ ਕਿਉਂਕਿ ਜਿਹੜਾ ਚੀਫ ਮਿਨਿਸਟਰ ਔਰ ਜਿਹੜੇ ਉਹਨਾਂ ਦੇ ਮੰਤਰੀ ਨੇ, ਉਹਨਾਂ ਨੇ ਜਿਹੜੀ ਹੈਗੀ ਆ ਓਥ ਆਫ ਸੀਕ੍ਰੇਸੀ ਲਈ ਹੋਈ ਆ। ਸੋ ਇਸ ਲਈ ਹੁਣ ਦਿੱਲੀ ਸਰਕਾਰ ਦੇ ਨਾਲ ਹੁਣ ਜਿਹੜੀਆਂ ਫਾਈਲਸ ਜਾਣਗੀਆਂ ਤੇ ਉੱਥੋਂ ਜਾ ਕੇ ਉਹਨਾਂ ਦੀ ਜਿਹੜਾ ਹੈਗਾ ਦੇਖਿਆ ਜਾਊਗਾ ਵੀ ਜਿਹੜੇ ਅਫਸਰਾਂ ਨੇ ਬਣਾਈਆਂ ਨੇ, ਫਾਈਲਾਂ ਬਣਾਈਆਂ ਨੇ, ਤੋਰੀਆਂ ਨੇ, ਇਹ ਕੇਜਰੀਵਾਲ ਕੋਲੇ ਪਹੁੰਚਣਗੀਆਂ ਜੋ ਫੈਡਰਲਿਜ਼ਮ ਦੇ ਸਟਰਕਚਰ ਦੇ ਵਾਸਤੇ ਦੇ ਖਿਲਾਫ ਨੇ। ਸੋ ਕਈ ਉਹਦੇ ਵਿੱਚ ਗੱਲ ਕੀਤੀ ਹੈ ਕਿ ਔਰ ਇਹ ਕਿਹਾ ਕਿ ਗਵਰਨਰ ਸਾਹਿਬ ਯਕੀਨੀ ਬਣਾਉਣ ਕਿ ਕੋਈ ਵੀ ਪੰਜਾਬ ਦੀ ਫਾਈਲ ਜਿਹੜੀ ਆਫੀਸ਼ੀਅਲ ਫਾਈਲ ਆ ਉਹ ਦਿੱਲੀ ਨਾ ਜਾਵੇ। ਇਹ ਤਾਂ ਇੱਕ ਗੱਲ। ਫਿਰ ਦੂਸਰਾ ਜਿਹੜਾ ਉਹਨਾਂ ਨੇ ਇੱਕ ਇਹ ਗੱਲ ਕੀਤੀ ਹੈ ਕਿ ਚੀਫ ਮਿਨਿਸਟਰ ਨੇ ਜਿਹੜਾ ਹੈਗਾ ਜਾਂ ਪੰਜਾਬ ਸਰਕਾਰ ਨੇ ਜਿਹੜੀ ਇੰਟੈਲੀਜੈਂਸ ਇਨਪੁਟ ਸੀ ਉਹ ਔਰ ਸਿੱਖ ਜਥੇਬੰਦੀਆਂ ਵੱਲੋਂ ਜਿਹੜੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ। ਇਸ ਲਈ ਪਟਿਆਲੇ ਦੇ ਵਿੱਚ ਹਿੰਸਾ ਭੜਕੀ। ਉਹਦੇ ਵਿੱਚ ਜਿਹੜੀ ਪਹਿਲੀ ਵਾਰੀ ਉਹ ਕਹਿੰਦੇ ਜੀ ਈਵਨ ਅੱਤਵਾਦ ਦੇ ਦਿਨਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਫਿਰਕੂ ਕੋਈ ਫਸਾਦ, ਪਰ ਹੁਣ ਜਦੋਂ ਸ਼ਾਂਤੀ ਦੇ ਦਿਨ ਨੇ ਉਦੋਂ ਇਹੋ ਜਿਹਾ ਇੰਸੀਡੈਂਟ ਹੁੰਦਾ। ਉਹ ਕਹਿੰਦੇ ਜੀ ਇਸ ਨੂੰ ਫਿਰ ਵੀ ਅੱਖਿਓਂ ਭਰੋਖਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਲਜ਼ਾਮ ਜਿਹੜਾ ਹੈਗਾ ਦੂਜੇ ਪਾਸੇ ਸਿੱਟਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਰਾਘਵ ਚੱਡਾ ਦਾ ਬਿਆਨ ਦਾ ਇੱਕ ਹਵਾਲਾ ਦਿੱਤਾ ਔਰ ਕਿਹਾ ਕਿ ਰਾਘਵ ਚੱਡਾ ਕਹਿ ਰਹੇ ਨੇ ਕਿ ਇਹ ਦੋ ਪੋਲੀਟੀਕਲ ਪਾਰਟੀ ਦੀ ਆਪਸ 'ਚ ਲੜਾਈ ਆ, ਇਹ ਕੋਈ ਕਮਿਊਨਲ ਟੈਂਸ਼ਨ ਨਹੀਂ ਹੈ। ਸੋ ਉਹਦੇ ਵਾਸਤੇ ਉਹਨਾਂ ਨੇ ਐਜ਼ ਯੂਜੂਅਲ CBI ਦੀ ਇਨਕੁਆਇਰੀ ਮੰਗੀ ਹੈ, ਜਿਹਦੇ ਵਿੱਚ ਦੇਖੋ ਨਾ ਤਾਂ ਕੇਂਦਰ ਦੀ ਸਰਕਾਰ 'ਚ ਹੁਣ ਅਕਾਲੀ ਦਲ ਹੈਗਾ,
ਜਦੋਂ ਜਿਹੜੀਆਂ ਸੀਗਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਦੋਂ ਵੀ ਅਕਾਲੀ ਦਲ ਨੇ ਆਪਣਾ ਜਿਹੜਾ ਸੀ ਪਿੰਡ ਚਲਾਉਣ ਵਾਸਤੇ CBI ਦੀ ਇਨਕੁਆਇਰੀ ਮਾਰਕ ਕਰਵਾਤੀ ਸੀ, ਜੋ ਬਾਅਦ ਚੋਂ ਆ ਕੇ ਪੰਜਾਬ ਦੀ ਅਸੈਂਬਲੀ ਨੇ ਰੱਦ ਕਰਕੇ ਵਾਪਸ ਪੰਜਾਬ ਪੁਲਿਸ ਨੂੰ ਦਵਾਈ। ਫਿਰ ਸੁਪਰੀਮ ਕੋਰਟ ਵੱਲੋਂ ਜਿਹੜਾ ਸੀ CBI ਨੂੰ ਹਿਦਾਇਤ ਕੀਤੀ ਗਈ ਸੀ ਕਿ ਪੰਜਾਬ ਪੁਲਿਸ ਹੀ ਕਰੂਗੀ। ਸੋ ਇਸ ਵੇਲੇ ਜਿਹੜੀ ਪਟਿਆਲਾ ਦੀ ਹਿੰਸਾ ਜਿਹੜੀ ਹੈਗੀ ਆ ਉਹਦੇ ਤੇ ਆਲਰੇਡੀ ਇੱਕ ADGP ਲੈਵਲ ਦੇ ਆਫੀਸਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ ਹੈ। ਜਿੰਨੇ ਵੀ ਜਿਹੜੀ ਮੈਨੂੰ ਰਿਪੋਰਟ ਮਿਲੀ ਹੈ ਪਿਛਲੇ 2 ਦਿਨਾਂ ਦੇ ਵਿੱਚ ਇਹ ਪੂਰੀ ਦੀ ਪੂਰੀ ਟੀਮ ਜਿਹੜੀ ਹੈਗੀ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਉਹ ਜਿੰਨੇ ਕੁ ਵੀ ਮੁਲਾਜ਼ਮ ਸਨ, ਆਫੀਸਰ ਸੀ ਪੁਰਾਣੇ ਜੋ ਵੀ ਸੀ, ਉਹਨਾਂ ਦੀ ਉਹ ਇਸ ਵੇਲੇ ਪੁੱਛਗਿੱਛ ਕਰ ਰਹੇ ਆ ਵੀ ਉਸ ਵੇਲੇ ਹੋਇਆ ਕੀ, ਕਿਹੜੀ ਅਣਗਹਿਲੀ ਹੋਈ, ਕਿਉਂ ਇਹ ਜਿਹੜਾ ਸੀ ਇਨਸੀਡੈਂਟ ਰੋਕਿਆ ਕਿਉਂ ਨਹੀਂ ਗਿਆ, ਉਹ ਸਾਰੀ ਦੀ ਸਾਰੀ ਆਲਰੇਡੀ ਤਫਤੀਸ਼ ਤਾਂ ਚੱਲ ਰਹੀ ਹੈ। ਸੋ ਅਕਾਲੀ ਦਲ ਇਸ 'ਚੋਂ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਿਹਾ। ਸਕਸੈਸਫੁਲ ਹੋਊਗਾ ਮੈਨੂੰ ਤਾਂ ਸ਼ੱਕ ਹੈ। ਬੇਸ਼ੱਕ ਲੋਕਾਂ ਦੇ ਜਿਹੜਾ ਹੈਗਾ ਮਨਾਂ ਦੇ ਉੱਤੇ ਇਸ ਇਨਸੀਡੈਂਟ ਨੇ, ਜਿਹੜਾ ਪਟਿਆਲੇ ਵਾਲਾ ਇਨਸੀਡੈਂਟ ਹੈ, ਉਸ ਨੇ ਆਮ ਆਦਮੀ ਪਾਰਟੀ ਦੀ ਇਮੇਜ ਨੂੰ ਵੀ ਸੱਟ ਮਾਰੀ ਹੈ। ਪਰ ਜੇ ਆਮ ਆਦਮੀ ਪਾਰਟੀ ਦੀ ਇਮੇਜ ਨੂੰ ਸੱਟ ਮਾਰੀ ਆ, ਉਹਦਾ ਫਾਇਦਾ ਕਾਂਗਰਸ ਨੂੰ ਹੋਊਗਾ ਜਾਂ ਅਕਾਲੀ ਦਲ ਨੂੰ ਹੋਊਗਾ, ਇਹ ਕੋਈ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ। ਪੰਦੇਰ ਸਾਹਿਬ, 2019 ਦੇ ਵਿੱਚ ਭਾਰਤ 'ਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਉਹ ਪਾਸ ਕੀਤਾ ਗਿਆ ਸੀ। ਉਸ ਤੋਂ ਬਾਅਦ ਬਹੁਤ ਹੋ ਹੱਲਾ ਹੋਇਆ। ਫਿਰ ਕੋਵਿਡ-19 ਪੈਂਡੈਮਿਕ ਆ ਗਿਆ ਤੇ ਹੁਣ ਹੋਮ ਮਿਨਿਸਟਰ ਅਮਿਤ ਸ਼ਾਹ ਵੱਲੋਂ ਕਿਹਾ ਗਿਆ, ਕਹਿੰਦੇ ਵੀ ਹੁਣ ਜਦੋਂ ਪੈਂਡੈਮਿਕ ਇੱਕ ਵਾਰ ਖਤਮ ਹੋ ਗਿਆ ਉਸ ਤੋਂ ਬਾਅਦ CAA ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਏਗਾ। ਵਾਸੂ ਜੀ, ਬੜੀ ਹੀ ਦਿਲਚਸਪ ਸਿਚੁਏਸ਼ਨ ਹੈ। ਇੱਕ ਤਾਂ ਪਹਿਲੀ ਗੱਲ, ਬੰਗਾਲ ਦੇ ਵਿੱਚ ਦੇਖੋ ਕੱਲ ਦੀ ਗੱਲ ਇਹ ਲੱਗਦੀ ਹੈ ਕਿ ਚੋਣਾਂ ਹੋਈਆਂ ਸੀ ਜੀ। ਕੱਲ 1 ਸਾਲ ਪੂਰਾ ਹੋ ਗਿਆ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਤੀਸਰੀ ਵਾਰੀ ਸਰਕਾਰ ਬਣਾਉਣ ਦਾ। ਜਿਹੜੀ ਤੀਜੀ ਸਰਕਾਰ ਆ ਉਹਦਾ ਪਹਿਲਾ ਸਾਲ ਕੱਲ ਪੂਰਾ ਹੋਇਆ, ਮੁਕੰਮਲ ਹੋਇਆ, ਤੇ ਗ੍ਰਹਿ ਮੰਤਰੀ ਜੀ ਨੇ ਉਹੀ ਦਿਨ ਚੁਣਿਆ ਬੰਗਾਲ ਜਾਣ ਦਾ। ਤੇ ਵਧਾਈਆਂ ਬੜੇ ਜਿਹੜੇ ਹੈਗੇ ਆ ਤਾਨੇ ਮਾਰ ਕੇ ਦਿੱਤੀਆਂ। ਇਹ ਵੀ ਕਿਹਾ ਕਿ ਜੀ ਕਿ ਇੱਥੇ ਕਤਲ ਬੰਦ ਹੋ ਗਏ, ਹਿੰਸਾ ਬੰਦ ਹੋ ਗਈ, ਜਿਹੜਾ ਅਨਿਆਂ ਬੰਦ ਹੋ ਗਿਆ। ਉੱਥੇ ਤੱਕ ਬਈ 101 ਕਤਲ ਹੋ ਗਏ, 1600 ਤੋਂ ਵੱਧ ਲੋਕਾਂ ਫੱਟੜ ਹੋਏ ਔਰ 168 ਕੇਸਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਗੁੰਡੇ ਨੇ ਉਹ ਜਿਹੜੇ ਸੀ ਰਿਸਪੌਂਸਿਬਲ ਪਾਏ ਗਏ। ਨੈਸ਼ਨਲ ਕਮਿਸ਼ਨ ਫਾਰ ਹਿਊਮਨ ਰਾਈਟਸ ਉਹਨੇ ਵੀ ਕਿਹਾ ਕਿ ਇੱਥੇ ਰੂਲ ਆਫ ਲਾਅ ਨਹੀਂ ਹੈ। ਪਰ ਜਿਹੜੀ ਆਪਾਂ ਗੱਲ ਕਰਦੇ ਆ, ਉਹਨਾਂ ਨੇ ਮਮਤਾ ਬੈਨਰਜੀ ਦੇ ਪਿੱਛੇ ਕਈ ਬਿਆਨ ਆਏ ਕਿ ਜਿਹੜਾ ਇਹ ਸਿਟੀਜ਼ਨ ਅਮੈਂਡਮੈਂਟ ਐਕਟ ਹੈਗਾ 2019 ਦਾ, ਉਹਨੂੰ ਮਮਤਾ ਬੈਨਰਜੀ ਨੇ ਕਿਹਾ ਕਿ BJP ਦੀ ਹੁਣ ਹਿੰਮਤ ਨਹੀਂ ਹੈ ਕਿ ਇਹਨੂੰ ਇੰਪਲੀਮੈਂਟ ਕਰ ਦੇਵੇ। ਕਾਨੂੰਨ ਤਾਂ ਬਣਾ ਲਿਆ ਪਾਰਲੀਮੈਂਟ 'ਚ, ਇਹਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਸਕਦਾ। ਸੋ ਅਮਿਤ ਸ਼ਾਹ ਨੇ ਕਿਹਾ ਕਿ ਇਹ ਕਰੋਨਾ ਕਰਕੇ ਹੋਇਆ ਵਾ, ਡਿਲੇ ਹੋਈ ਆ। ਕਰੋਨਾ ਦੀ ਜਿਹੜੀ ਮਹਾਮਾਰੀ ਹੈ ਇੱਕ ਪਾਸੇ ਖਤਮ, ਵੀ ਉਹ ਖਤਮ ਹੋ ਜੇ ਤਾਂ ਫਿਰ ਅਸੀਂ ਇਹਨੂੰ ਇੰਪਲੀਮੈਂਟ ਕਰ ਦਾਂਗੇ। ਕੀ ਦੋਨਾਂ ਦਾ ਆਪਸ 'ਚ ਸੰਬੰਧ ਕੀ ਆ, ਮੈਨੂੰ ਵੀ ਨਹੀਂ ਸਮਝ ਆਈ ਬਈ ਕਰੋਨਾ ਦਾ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਨਾਲ ਇੰਪਲੀਮੈਂਟ ਕਰਨ ਦੇ ਵਿੱਚ ਕੀ ਪ੍ਰੋਬਲਮ ਆ। ਹੁਣ ਇਹਦੇ ਵਿੱਚ ਜਿਹੜਾ ਸਰੋਤਿਆਂ ਨੂੰ ਫੇਰ ਯਾਦ ਕਰਾ ਦਈਏ ਕਿ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਹੈ ਉਹਦੇ ਨਾਲ ਜਿਹੜੇ ਰਿਫਿਊਜੀ ਪਾਕਿਸਤਾਨ, ਅਫਗਾਨਿਸਤਾਨ ਔਰ ਬੰਗਲਾਦੇਸ਼ 'ਚੋਂ ਜਿਹੜੀ ਪ੍ਰੋਸੀਕਿਊਸ਼ਨ ਕਰਕੇ ਹਿੰਦੂ, ਸਿੱਖ, ਜੈਨ, ਬੁੱਧੀ ਤੇ ਕ੍ਰਿਸਚੀਅਨ ਜੋ ਭਾਰਤ ਦੇ ਵਿੱਚ ਬਤੌਰ ਰਿਫਿਊਜੀ ਆਉਂਦੇ ਨੇ ਤਾਂ ਉਹਨਾਂ ਨੂੰ ਜਿਹੜੀ ਹੈਗੀ ਸਿਟੀਜ਼ਨਸ਼ਿਪ ਭਾਰਤ ਦਊਗਾ। ਸੋ ਉਹ ਕਹਿੰਦੇ ਜੀ ਉੱਥੇ ਜਿਹੜਾ ਬੰਗਾਲ ਦੀਆਂ ਇਲੈਕਸ਼ਨਸ ਹੁੰਦੀਆਂ ਨੇ ਬਹੁਤ ਸਾਰੀਆਂ, ਉਹਦੇ ਵਿੱਚ ਕਈ ਹਲਕੇ ਨੇ ਜਿੱਥੇ ਰਿਫਿਊਜੀ ਜਿਹੜੇ ਹੈ ਉਹ ਇਨਫਲੂਐਂਸ ਕਰਦੇ ਆ। ਇਹ ਵੀ ਕਿਹਾ ਜਾਂਦਾ ਇਲੀਗਲੀ ਉਹਨਾਂ ਨੂੰ ਵੋਟਰ ਬਣਾਇਆ ਜਾਂਦਾ, ਉਹ ਸਾਰੇ ਦਾ ਸਾਰਾ ਉਹ ਲੀਗਲ ਤਰੀਕਾ ਨਹੀਂ ਮਿਲਦਾ ਔਰ ਉਹ ਕਈ ਉਹਦੇ ਰੈਮੀਫਿਕੇਸ਼ਨਸ ਨੇ, ਉਹਦੀਆਂ ਕਈ ਸਿੱਟੇ ਨਿਕਲਦੇ ਆ। ਸੋ ਉਹਦੇ ਬਾਰੇ ਅਮਿਤ ਸ਼ਾਹ ਕਹਿੰਦੇ ਕਿ ਜਿਹੜੀ ਮਮਤਾ ਬੈਨਰਜੀ ਆ, ਦੀਦੀ ਕਹਿੰਦੇ ਆ, ਦੀਦੀ ਨੇ ਨੂੰ ਰਿਫਿਊਜੀ ਤਾਂ ਚਾਹੀਦੇ ਨੇ ਪਰ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਚਾਹੀਦੀ, ਸਿਰਫ ਵੋਟਾਂ ਹੀ ਚਾਹੀਦੀਆਂ ਨੇ। ਸੋ ਬਿਨਾਂ ਸਿਟੀਜ਼ਨ ਬਣੇ ਉਹ ਕਿਵੇਂ ਵੋਟਾਂ ਪਾਉਣ ਲੱਗ ਪਏ, ਇਹ ਵੀ ਨਹੀਂ ਸਮਝ ਆਉਂਦੀ, ਇਹ ਵੀ ਦੇਖਣ ਵਾਲੀ ਗੱਲ ਹੈ। ਤੋ ਇਸ ਤੋਂ ਬਾਅਦ ਉੱਥੇ ਸਿਲੀਗੁੜੀ ਦੇ ਵਿੱਚ ਉਹ ਗਏ ਆ, ਉੱਥੇ ਵੀ ਉਹਨਾਂ ਨੇ ਗੋਰਖਿਆਂ ਨੂੰ ਵੀ ਕਿਹਾ ਕਿ ਜਿਹੜੀ ਮਮਤਾ ਬੈਨਰਜੀ ਉਹਨਾਂ ਨੂੰ ਮਿਸਲੀਡ ਕਰ ਰਹੀ ਹੈ ਔਰ ਉਹਨਾਂ ਦੇ ਜਿਹੜੇ ਗੋਰਖਿਆਂ ਦੇ ਜਾਂ ਕਿਸੇ ਵੀ ਜਿਹੜੇ ਹੈਗੇ ਸਿਟੀਜ਼ਨ ਦੇ ਅਸਲੀ ਹੱਕਾਂ ਦਾ ਰਾਖਾ ਜਿਹੜੀ ਹੈਗੀ ਰਾਖਾ ਪਾਰਟੀ ਜਿਹੜੀ ਹੈ ਉਹ BJP ਹੈ। ਨਾਲ ਦੀ ਨਾਲ ਜਿਹੜੀ ਉੱਥੇ ਜਿਹੜੇ ਜਿਸ ਨੂੰ ਬੜਾ 24 ਪਰਾਂਗਣਾ ਡਿਸਟ੍ਰਿਕਟ ਹੈਗਾ ਉਹਦੇ ਵਿੱਚ ਬ੍ਰਹਮਪੁੱਤਰਾ ਵਗੈਰਾ ਦਾ ਖਾਸਾ ਹੈਗਾ, ਉੱਥੇ ਫਲੋਟਿੰਗ ਬਾਰਡਰ ਪੋਸਟ ਬਣਾਈਆਂ ਨੇ BSF ਨੇ
ਔਰ ਨਾਲ ਐਂਬੂਲੈਂਸ ਸਰਵਿਸਿਜ਼ ਸਟਾਰਟ ਕੀਤੀਆਂ। ਉਹ ਕੱਲ ਅਮਿਤ ਸ਼ਾਹ ਉਹਨਾਂ ਨੇ ਉੱਥੇ ਇਨੋਗਰੇਟ ਕੀਤੀ ਹੈ। ਕੱਲ 2 ਦਿਨਾਂ ਦਾ ਦੌਰਾ, ਕੱਲ੍ਹ ਨੂੰ ਹੋਰ ਇਲਾਕਿਆਂ 'ਚ ਜਾਣਾ ਬੀਜੇਪੀ ਦੇ, ਅਤੇ ਉੱਥੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਐਤਕੀ ਬਹੁਤ ਮੁੱਦੇ ਜਿਹੜੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਮਮਤਾ ਬੈਨਰਜੀ ਆਪਣੀ ਉਸ ਤੋਂ ਬਾਅਦ, ਕਿਉਂਕਿ ਕਾਫੀ ਪੋਲੀਟੀਕਲੀ ਲਾਈਵ ਇਲੈਕਸ਼ਨ ਸੀ, ਅਸੀਂ ਸੋਚਿਆ ਵੀ ਮਮਤਾ ਬੈਨਰਜੀ ਆਪਣੇ ਤੌਰ ਤਰੀਕੇ ਬਦਲਣਗੇ, ਪਰ ਨਹੀਂ। ਹੁਣ ਕਹਿੰਦੇ ਜੀ ਵਾਰੀ ਆ ਗਈ ਹੈ ਕਿ ਬੀਜੇਪੀ ਵਾਪਸ ਲੜੇਗੀ। ਪਿਛਲੀ ਵਾਰੀ ਕਹਿੰਦੇ ਜੀ ਸਾਡੀ ਪਰਫਾਰਮੈਂਸ ਪਹਿਲਾਂ ਨਾਲੋਂ ਕਿਤੇ ਵਧੀਆ ਸੀ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ। ਬੰਦੇੜ ਸਾਹਿਬ, ਰਿਪੋਰਟਰਸ ਵਿਦਆਊਟ ਬਾਰਡਰਸ ਇਹਨਾਂ ਵੱਲੋਂ ਹਰ ਸਾਲ ਇੱਕ ਇੰਡੈਕਸ ਤਿਆਰ ਕੀਤਾ ਜਾਂਦਾ ਹੈ ਵੀ ਕਿਹੜੇ ਮੁਲਕ ਵਿੱਚ ਮੀਡੀਆ ਨੂੰ ਕਿੰਨੀ ਆਜ਼ਾਦੀ ਹੈ। 180 ਮੁਲਕਾਂ ਦੀ ਇਹ ਸੂਚੀ ਹੈ ਤੇ ਕਹਿੰਦੇ ਭਾਰਤ ਇਹਦੇ ਵਿੱਚੋਂ 150ਵੇਂ ਨੰਬਰ ਤੇ ਆਇਆ, 150th। ਹਾਂਜੀ, ਔਰ ਵਾਸੂ ਜੀ, ਔਰ ਇਹ ਘਟਿਆ ਵਾ। ਪਹਿਲਾਂ 142 ਸੀ ਪਿਛਲੀ ਵਾਰੀ, ਪਿਛਲੀ ਰਿਪੋਰਟ 'ਚ 142 ਸੀ, ਐਸੀ ਕਿ 150 ਦੀ ਸਿਚੁਏਸ਼ਨ ਤੇ ਚਲਾ ਗਿਆ। ਜਿਹੜੀ ਭਾਰਤ ਨੂੰ ਇਹ ਹੋ ਸਕਦਾ ਜਿਹੜੀ ਤਸੱਲੀ ਹੈ ਕਿ ਪਾਕਿਸਤਾਨ ਇਦੋਂ ਵੀ ਬੁਰਾ ਹਾਲ ਆ, ਚਾਈਨਾ ਦਾ ਇਦੋਂ ਵੀ ਬੁਰਾ ਹਾਲ ਆ, ਇਹ ਕਹਿ ਸਕਦੇ ਆ। ਪਰ ਜਿਹੜਾ ਟੋਟਲ ਇਸ ਰਿਪੋਰਟ ਨੇ ਗੱਲ ਕੀਤੀ ਆ, ਇਹਦੇ 'ਚ ਇੱਕ ਛੋਟਾ ਜਿਹਾ ਇੰਸੀਡੈਂਟ ਜਿਹੜਾ ਸਾਡੇ ਇੱਥੇ ਨੇੜੇ ਹੀ ਹੋਇਆ, ਉਹ ਪਿਛਲੇ 1-2 ਦਿਨਾਂ ਦੀ ਗੱਲ ਹੈ ਕਿ ਹਿੰਦੀ ਅਖਬਾਰ ਦੇ ਇੱਕ ਰਿਪੋਰਟਰ ਨੇ, ਉਹ ਘਰੇ ਜਾ ਰਹੇ ਸੀ ਰਾਤ ਨੂੰ ਆਪਣੀ ਡਿਊਟੀ ਕਰਕੇ, ਤੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਬੇਸਬਾਲ ਦੇ ਬੈਟ ਦੇ ਨਾਲ ਔਰ ਆਇਰਨ ਰੋਡ ਦੇ ਨਾਲ ਉਹਨਾਂ ਦੇ ਸਿਰ ਤੇ ਜਿਹੜੀ ਹੈਗੇ ਅਟੈਕ ਕੀਤਾ ਗਿਆ। ਲਹੂ ਲੁਹਾਨ ਉਹ ਘਰੇ ਪਹੁੰਚੇ, ਕਿਸੇ ਨੇ ਮਦਦ ਨਹੀਂ ਕੀਤੀ। ਤੇ ਫਿਰ ਜਿਹੜੇ ਕੁੱਟਣ ਵਾਲੇ ਸੀਗੇ ਉਹਨਾਂ ਨੇ ਕੋਸ਼ਿਸ਼ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਖੋਹ ਖਿੱਚ ਦਾ ਮਾਮਲਾ ਵਾ, ਤੇ ਉਹਨਾਂ ਦਾ ਪਰਸ ਤੇ ਮੋਬਾਈਲ ਫੋਨ ਖੋ ਕੇ ਭੱਜੇ ਉਹ। ਸੋ ਪਰ ਗੱਲ ਸਮਝ ਨਹੀਂ ਆਉਂਦੀ ਵੀ ਇੱਕ ਬੰਦੇ ਨੂੰ ਸਿੱਧਾ ਟਾਰਗੇਟ ਕਰਕੇ ਬਈ ਸਿਰਫ ਉਸੇ ਵਾਸਤੇ ਬੈਠੇ ਵੀ ਉਹਨੂੰ ਕੁੱਟ ਕੇ ਫਿਰ ਭੱਜੋ, ਜਾਂ ਤਾਂ ਕਿਸੇ ਹੋਰਾਂ ਨੂੰ ਕੀਤਾ ਹੋਵੇ। ਉਹ ਸਮਝ, ਇਹ ਜਿਹੜਾ ਮੈਂ ਇਨਸੀਡੈਂਟ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਇਹ ਇਸ ਲਈ ਆ ਕਿ ਇਹੋ ਜਿਹੇ ਇਨਸੀਡੈਂਟ ਭਾਰਤ ਦੇ ਵਿੱਚ ਵੱਧ ਰਹੇ। ਜਿਹੜੀ ਔਰ ਜਿਹੜੀ ਰਿਪੋਰਟ ਵੀ ਜਿਹੜੀ ਆਈ ਆ ਉਹਦੇ ਵਿੱਚ ਵੀ ਇਹ ਕਿਹਾ ਗਿਆ ਕਿ ਜਿਹੜੇ ਰਾਈਟ ਵਿੰਗਰਸ ਨੇ ਉਹ ਸਰਕਾਰ ਦੀ ਸ਼ਹਿ ਦੇ ਉੱਤੇ ਵਰਬਲ, ਫਿਜ਼ੀਕਲ ਔਰ ਹੋਰ ਵੀ ਕਿਸਮ ਦਾ ਜਿਹੜੀ ਥ੍ਰੈਟਨਿੰਗ ਪੋਸਚਰਸ ਜਿਹੜੇ ਕਰਦੇ ਆ, ਗਾਲਾਂ ਕੱਢਦੇ ਆ, ਈਵਨ ਸਾਈਬਰ ਜਿਹੜੀ ਟ੍ਰੋਲਿੰਗ ਹੁੰਦੀ ਆ, ਉਹ ਸਾਰੇ ਦੇ ਸਾਰੇ ਉਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ, ਔਰ ਫਿਰ ਉਹਨਾਂ ਨੇ ਇਹਦੇ ਵਿੱਚ ਜਿਹੜੀ ਮੈਥਡੋਲੋਜੀ ਵੀ ਸਾਰੀ ਦੀ ਸਾਰੀ ਆਪਣੀ ਕਲੇਮ ਕੀਤੀ ਆ। ਤੇ ਜਿਹੜੇ 100 ਦੇ ਵਿੱਚੋਂ ਨੰਬਰ ਭਾਰਤ ਨੂੰ ਗਲੋਬਲ ਸਕੋਰ ਦੇ ਵਿੱਚ ਇਹਦੇ ਵਿੱਚ ਪਿਛਲੀ ਵਾਰੀ ਤਾਂ ਜਿਹੜਾ 2021 ਤਾਂ 53.4 ਨੰਬਰ ਆਏ ਸੀ, ਐਤਕੀ ਸਿਰਫ 41 ਨੰਬਰ ਆਏ। ਇੱਕ ਸਾਲ ਦੇ ਵਿੱਚ ਕਿੰਨੀ ਇਹ ਗਿਰ ਗਈ, ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਹਾਲੇ ਸਰਕਾਰ ਨੇ ਇਹਦੇ ਉੱਪਰ ਨਹੀਂ ਕੋਈ ਬੜੀ ਆਪਣੀ ਰਿਐਕਸ਼ਨ ਦਿੱਤਾ। ਜਿਹੜਾ ਹੈਗਾ ਬਹੁਤ ਸਾਰੇ ਜਿਹੜਾ ਈਵਨ ਕਹਿੰਦੇ ਲੀਗਲ ਫਰੇਮਵਰਕਸ ਜਿਹੜੇ ਹੈਗੇ ਨਾ, ਜਿਹੜੇ ਕਾਨੂੰਨ ਦੇ ਵਿੱਚ ਆ, ਉਹ ਵੀ ਯੂਜ਼ ਜਿਵੇਂ ਕਰਦੇ ਆ, ਜਿਵੇਂ ਡੈਫੇਮੇਸ਼ਨ ਆ, ਸੀਡੀਸ਼ਨ ਆ, ਕੰਟੈਂਪਟ ਆਫ ਕੋਰਟ ਆ, ਨੈਸ਼ਨਲ ਸਿਕਿਉਰਿਟੀ ਨੂੰ ਖਤਰਾ, ਇਹਨਾਂ ਦੀ ਵੀ ਜਰਨਲਿਸਟਾਂ ਦੇ ਖਿਲਾਫ, ਜਿਹੜੇ ਸਰਕਾਰ ਦੇ ਖਿਲਾਫ ਕੰਮ ਕਰਦੇ ਆ, ਉਹਨਾਂ ਦੀ ਕੀਤੀ ਜਾਂਦੀ ਆ। ਫਿਰ ਈਵਨ ਜਿਹੜੀ ਇਕਨੋਮਿਕ ਆਫੈਂਸਿਸ ਦੇ ਵੱਲੋਂ ਵੀ ਉਹੀ ਉਹਨਾਂ ਦੀਆਂ ਧਾਰਾਵਾਂ ਵੀ ਯੂਜ਼ ਕੀਤੀਆਂ ਬਾਹ ਮਰੋੜਨ ਵਾਸਤੇ। ਸੋ ਚਿੰਤਾ ਦਾ ਵਿਸ਼ਾ, ਇੱਕ ਪਾਸੇ ਭਾਰਤ ਆਪਣੇ ਆਪ ਨੂੰ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਆਪਣੇ ਡੈਮੋਕ੍ਰੇਸੀ ਕਹੇ, ਤੇ ਦੂਸਰੇ ਪਾਸੇ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਤੇ ਬਹੁਤ ਹੀ ਅਹਿਮ ਥੰਮ ਉਹ ਗਿਰਦਾ ਜਾਵੇ। ਤੇ ਇਹਦੇ ਵਿੱਚ ਇਸ ਰਿਪੋਰਟ ਆਉਣ ਤੋਂ ਬਾਅਦ ਵਾਸੂ ਜੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਬਹਿਸ ਹੋ ਰਹੀ ਸੀ। ਤੋ ਕੱਲ ਇਹ ਗੱਲ ਸੀ, ਕੁਝ ਲੋਕ ਤਾਂ ਕਹਿੰਦੇ ਜੀ ਮੀਡੀਆ ਆਪ ਰਿਸਪੌਂਸੀਬਲ ਹੈ, ਪਰ ਮੈਨੂੰ ਇੱਕ ਆਰਗੂਮੈਂਟ ਬਹੁਤ ਵਧੀਆ ਮਿਲੀ ਕਿ ਭਾਰਤ ਦੇ ਵਿੱਚ ਜਰਨਲਿਸਟਾਂ ਨੇ ਆਪਣੀ ਆਜ਼ਾਦੀ ਗਵਾਈ ਨਹੀਂ ਹੈ, ਉਹਨਾਂ ਤੋਂ ਖੋਹੀ ਗਈ ਹੈ। ਤੇ ਇਹਦੇ ਵਿੱਚ ਜਿਹੜੇ ਮੀਡੀਆ ਅਦਾਰਿਆਂ ਦੇ ਮਾਲਕ ਨੇ ਜਿਹੜੇ ਹੈਗੇ ਆ, ਉਹ ਉਸ ਕੁਹਾੜੇ ਦਾ ਦਸਤਾ ਬਣੇ ਜਿਹੜਾ ਇਸ ਆਜ਼ਾਦੀ ਦੇ ਉੱਤੇ ਫਿਰਿਆ। ਸੋ ਕਾਫੀ ਇੰਪੋਰਟੈਂਟ ਵੀ ਜਿਹੜੇ ਮੀਡੀਆ ਅਦਾਰਿਆਂ ਦੇ ਜਿਹੜੇ ਮਾਲਕ ਨੇ, ਜਦੋਂ ਉਹ ਐਸਟੈਬਲਿਸ਼ਮੈਂਟ ਦੇ ਨਾਲ ਰਲ ਜਾਣ, ਤੇ ਵਾਸੂ ਜੀ ਇਹ ਤਾਂ ਮੇਰੀ ਆਪਣੀ ਹੈਗੀ ਆ, ਪੰਜਾਬੀ 'ਚ ਅਸੀਂ ਤਾਂ ਕਈ ਵਾਰੀ ਤਾਂ ਕਹਿ ਦਿੰਦੇ ਚੋਰ ਤੇ ਕੁੱਤੀ ਰਲ ਗਈ ਤੇ ਮਾਲਕ ਕੀ ਕਰੇ, ਫਿਰ ਉਹ ਘਰ ਕਿਵੇਂ ਬਚੂਗਾ। ਪਰ ਜੇ ਮਾਲਕ ਤੇ ਚੋਰ ਰਲ ਜਾਣ, ਫਿਰ ਵਿਚਾਰਾ ਜਿਹੜਾ ਹੈਗਾ ਇਹ ਵਾਚ ਡੌਗ ਕੀ ਕਰੂਗਾ, ਤੇ ਉਹਦੀ ਕੀ ਅਹਿਮੀਅਤ ਰਹਿ ਜਾਂਦੀ ਆ, ਉਹਦੀ ਲੋੜ ਕੀ ਰਹਿ ਜਾਂਦੀ ਆ। ਤੇ ਇਹ ਕਮਾਲ ਦੀ ਗੱਲ ਹੀ ਆ ਜੀ। ਬੰਦੇੜ ਸਾਹਿਬ, ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਕਿ ਪਿਛਲੇ 2 ਸਾਲਾਂ ਦੇ ਵਿੱਚ ਭਾਰਤ ਵਿੱਚ ਜਿੰਨੀਆਂ ਮੌਤਾਂ ਰਿਪੋਰਟ ਹੋਈਆਂ, ਅਸਲ ਵਿੱਚ ਉਸ ਤੋਂ ਕਿਤੇ ਜ਼ਿਆਦਾ ਹੋਈਆਂ ਨੇ, ਤੇ ਭਾਰਤ ਨੇ ਇਸ ਰਿਪੋਰਟ ਨੂੰ ਐਕਸੈਪਟ ਕਰਨ ਤੋਂ, ਇਸ ਰਿਪੋਰਟ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ।
ਹਾਂਜੀ ਵਾਸੂ ਜੀ, ਇਹ ਰਿਪੋਰਟ ਇਕੱਲੀ ਭਾਰਤ ਵਾਸਤੇ ਨਹੀਂ ਹੈ, ਸਾਰੀ ਦੁਨੀਆ ਦੀ ਆ। ਜੀ। ਜਿਹੜੀ ਗਲੋਬਲ ਫਿਗਰ ਆ ਉਹਦੇ ਵਿੱਚ ਉਹ ਕਹਿੰਦੇ ਜੀ ਜਿਹੜੀਆਂ ਸਰਕਾਰਾਂ ਨੇ ਆਫੀਸ਼ੀਅਲ ਜਿਹੜਾ ਡੈਥ ਕਾਊਂਟ ਦਿੱਤਾ 6 ਮਿਲੀਅਨ ਦਾ ਦਿੱਤਾ, ਯਾਨੀ ਕਿ 60 ਲੱਖ ਦਾ, ਪਰ ਜਿਹੜਾ ਹੈਗਾ ਇਹ ਗਲੋਬਲ ਫਿਗਰ ਜਿਹੜੀ ਬਣਨੀ ਆ ਉਹ ਬਣਦੀ ਆ ਆਪਣੀ 15 ਮਿਲੀਅਨ ਜਾਂ ਕਿ 1.5 ਕਰੋੜ ਦੇ ਆਸ-ਪਾਸ ਜਿਹੜੇ ਲੋਕਾਂ ਦੀ ਮੌਤ ਹੋਈ ਆ। ਤੇ ਉਹਨਾਂ ਨੇ ਇਸੇ ਰਿਪੋਰਟ ਦੇ ਵਿੱਚ ਕਿਹਾ ਕਿ ਭਾਰਤ ਨੇ ਜਿਨ੍ਹਾਂ ਨੇ ਆਪਣੀ ਫਿਗਰ ਕੋਈ 4,74,000 ਦੇ ਆਸ-ਪਾਸ ਦੱਸੀ ਆ, ਉਹਦੀ ਐਕਚੁਅਲ ਜਿਹੜੀ ਡੈਥ ਕਾਊਂਟ ਆ ਉਹ ਇਸ ਤੋਂ 10 ਗੁਣਾ ਜ਼ਿਆਦਾ ਵਾ ਪੂਰੀ ਦੀ ਪੂਰੀ। ਉਹਨਾਂ ਨੇ 4.7 ਮਿਲੀਅਨ ਕੇਸਿਸ ਐਕਸੈਸ ਦੱਸਿਆ ਉਹ ਬਈ ਜਨਵਰੀ 2020 ਤੋਂ ਲੈ ਕੇ ਦਸੰਬਰ 2021 ਤੱਕ। ਸੋ ਪਰ ਉਹਨਾਂ ਨੇ ਭਾਰਤ ਨੇ ਇਸ ਦੀ ਰਿਪੋਰਟ ਨੂੰ ਬਹੁਤ ਜਿਹੜੇ ਹੈਗੇ ਕਰੜੇ ਸ਼ਬਦਾਂ ਦੇ ਵਿੱਚ ਇਹਦਾ ਖੰਡਨ ਕੀਤਾ। ਉਹਨਾਂ ਨੇ ਕਿਹਾ ਜੀ ਇਹ ਜਿਹੜੀ ਰਿਪੋਰਟ ਹੈ ਰਿਐਲਿਟੀ ਤੋਂ ਕੋਹਾਂ ਦੂਰ ਹੈ, ਕੋਈ ਨੇੜੇ ਤੇੜੇ ਵੀ ਹੈ ਨਹੀਂ। ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਡਾਟਾ ਕਲੈਕਸ਼ਨ ਆ ਉਹ ਸਟੈਟਿਸਟਿਕਲੀ ਅਨਸਾਊਂਡ ਹੈ ਤੇ ਸਾਇੰਟੀਫਿਕਲੀ ਕੁਐਸਚਨੇਬਲ ਆ। ਤੇ ਭਾਰਤ ਸਰਕਾਰ ਵੱਲੋਂ ਇਹ ਕਿਹਾ ਕਿ WHO ਨੇ ਦੀ ਆਪਣੀ ਐਡਮਿਸ਼ਨ ਹੈਗੀ ਹੈ ਕਿ ਇਹ ਜਿਹੜਾ ਡਾਟਾ ਵਾ ਉਹ ਸਿਰਫ 17 ਸਟੇਟਸ ਤੋਂ ਉਹਨਾਂ ਨੇ ਇਕੱਠਿਆਂ ਕੀਤਾ, ਕੁਝ ਵੈਬਸਾਈਟਸ ਤੋਂ, ਕੁਝ ਮੀਡੀਆ ਰਿਪੋਰਟਸ ਤੋਂ ਉਹਨਾਂ ਨੇ ਯੂਜ਼ ਕੀਤੀ, ਫਿਰ ਉਸ ਦੇ ਉੱਪਰ ਕੋਈ ਮੈਥਮੈਟੀਕਲ ਮਾਡਲ ਯੂਜ਼ ਕਰਕੇ ਇਹ ਪ੍ਰੋਜੈਕਸ਼ਨ ਦਿੱਤੀ ਆ। ਉਹ ਕਹਿੰਦੇ ਜੀ ਜਿੰਨਾ ਵੀ ਡਾਇਲੌਗ ਹੋਇਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵਿੱਚ, ਅਸੀਂ ਕਹਿੰਦੇ ਜੀ ਉਹਨਾਂ ਨੂੰ ਆਪਣੀ ਜਿਹੜਾ ਇੰਡੀਆ ਦਾ ਰੋਬਸਟ ਸਿਸਟਮ ਜਿਹੜਾ ਕਾਊਂਟਿੰਗ ਡੈਥ ਐਂਡ ਬਰਥ ਦਾ ਸਿਸਟਮ ਜਿਹੜਾ ਹੈਗਾ, ਕਹਿੰਦੇ ਜੀ ਸਾਲਾਂ ਤੋਂ ਚੱਲ ਰਿਹਾ ਔਰ ਇਹ ਕਾਫੀ ਡਿਪੈਂਡੇਬਲ ਹੈ। ਉਹਦੀਆਂ ਅਸੀਂ ਫਿਗਰਸ ਦਿੱਤੀਆਂ ਸੀਗੀਆਂ ਤੇ ਇਹ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਜਿਹੜੀ ਆਫੀਸ਼ੀਅਲ ਫਿਗਰਸ ਨੇ ਉਹਨਾਂ ਨੂੰ ਦਰਕਨਾਰ ਕੀਤਾ ਤੇ ਆਪਣੀਆਂ ਜਿਹੜੇ ਹੋਰ ਸੋਰਸਿਸ ਤੋਂ ਉਹਨਾਂ ਨੇ ਇਹ ਯੂਜ਼ ਕੀਤੀਆਂ ਨੇ। ਹੁਣ ਗੱਲ ਤਾਂ ਦੋਨੋਂ ਪਾਸੇ ਦੀ ਠੀਕ ਲੱਗਦੀ ਆ ਵਾਸੂ ਜੀ। ਜਿਹੜਾ ਮੋਰਟੈਲਿਟੀ ਜਿਹੜੀ ਸੀਗੀ ਉਹ ਜ਼ਿਆਦਾ ਸੀ ਕਿਉਂਕਿ ਜਿਹੜੀਆਂ ਮੈਨੂੰ ਇਹ ਤੱਕ ਰਿਪੋਰਟ ਸੀਗੀ, ਹੁਣ ਮੇਰੇ ਕੋਲ ਇਮੀਡੀਏਟਲੀ ਸਾਹਮਣੇ ਨਹੀਂ ਹੈ, ਕਿ ਇਹਨਾਂ ਦੋਹਾਂ ਸਾਲਾਂ ਦੇ ਵਿੱਚ ਜਿਹੜੀ ਐਵਰੇਜ ਲਾਈਫ ਐਕਸਪੈਕਟੈਂਸੀ ਦੀ ਫਿਗਰ ਹੈ ਉਹ ਭਾਰਤ ਦੀ ਘਟੀ ਹੈ। ਸੋ ਬਹੁਤ ਵੱਡੀ ਜਿਹੜੀ ਤਾਦਾਦ 'ਚ ਜੇ ਲੋਕ ਮਰੇ ਹੋਣ ਤਾਂ ਹੀ ਹੋ ਸਕਦਾ, ਨਹੀਂ ਤਾਂ ਨਹੀਂ ਹੋਣਾ ਇਹ ਹੋ ਸਕਦਾ। ਪਰ ਇਹਦੇ ਵਿੱਚ ਇਹ ਵੀ ਹੈ ਕਿ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਦੂਸਰੀਆਂ ਨੇ ਉਹਨਾਂ ਨੂੰ ਕੋਵਿਡ 'ਚ ਦੱਸ ਦਿੱਤਾ ਗਿਆ ਔਰ ਕਈ ਜਿਹੜੀਆਂ ਕੋਵਿਡ ਦੀਆਂ ਮੌਤਾਂ ਸੀਗੀਆਂ ਉਹਨਾਂ ਨੂੰ ਜਿਹੜਾ ਸੀ ਉਹ ਇਗਨੋਰ ਹੀ ਕੀਤਾ ਗਿਆ। ਇੱਕ ਵਾਰੀ ਇੱਥੇ ਬਹਿਸ ਚੱਲ ਰਹੀ ਸੀ, ਮੈਨੂੰ ਯਾਦ ਹੈ ਕਿ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਜਦੋਂ ਹੋਇਆ ਉਹਨਾਂ ਦੀ ਬਲੱਡ ਸੈਂਪਲਸ ਲੈ ਗਏ, ਉਹਦੇ 'ਚ ਜਿਹੜੇ ਸ਼ਿਕਾਰ ਹੋਏ ਐਕਸੀਡੈਂਟ ਦੇ ਵਿੱਚ ਉਹ ਕੋਵਿਡ ਪੋਜ਼ਿਟਿਵ ਸੀ ਤੇ ਉਹਨਾਂ ਨੂੰ ਕੋਵਿਡ ਡੈਥ ਦੇ ਵਿੱਚ ਹੀ ਇਨਕਲੂਡ ਕਰ ਲਿਆ ਸੀ। ਸੋ ਅਸਲੀ ਫਿਗਰ ਦੇ ਬਾਰੇ ਮੈਨੂੰ ਨਹੀਂ ਲੱਗਦਾ ਕਦੇ ਪਤਾ ਚੱਲੂਗਾ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਸੀਗੇ ਜੀ ਅੱਤਵਾਦ ਦੇ ਦਿਨ ਜਾਂ ਮੂਵਮੈਂਟ ਦੇ ਦਿਨ ਵੇਲੇ ਜਿਹੜੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਜਾਨੀ ਲੈਵਲ ਦੇ ਉੱਤੇ, ਉਹ ਨਹੀਂ ਕਦੇ ਪਤਾ ਲੱਗਣਾ। ਕੋਵਿਡ ਦੇ ਦੌਰਾਨ ਜਿਹੜੇ ਲੋਕਾਂ ਦੀ ਮੌਤ ਹੋਈ ਜਾਂ ਕੋਵਿਡ ਕਰਕੇ, ਜਿਵੇਂ ਫੋਰ ਐਗਜ਼ਾਮਪਲ ਜਿਹੜਾ ਲੇਬਰ ਸੀ, ਡੇਲੀ ਲੇਬਰ ਕਰਨ ਵਾਲੇ ਲੋਕੀ, ਉਹ ਵਾਪਸ ਯੂਪੀ, ਬਿਹਾਰ ਔਰ ਝਾਰਖੰਡ ਵਾਲੇ ਪਾਸੇ ਪੈਦਲ ਤੁਰ ਕੇ ਜਾਣਾ ਪਿਆ, ਰਸਤੇ 'ਚ ਮੌਤਾਂ ਹੋਈਆਂ। ਬੇਸ਼ੱਕ ਐਗਜ਼ੌਸਸ਼ਨ, ਭੁੱਖ ਜਾਂ ਐਕਸੀਡੈਂਟ ਦੇ ਨਾਲ ਮਰੇ, ਪਰ ਉਹਨਾਂ ਨੂੰ ਕੋਵਿਡ ਦੇ ਵਿੱਚ ਨਹੀਂ ਮੰਨਿਆ ਜਾਂਦਾ ਕਿਉਂਕਿ ਉਹ ਇਨਫੈਕਸ਼ਨ ਨਹੀਂ ਸੀ, ਪਰ ਉਹ ਕਾਰਨ ਤਾਂ ਬਿਮਾਰੀ ਕਰਕੇ ਹੀ ਹੋਇਆ। ਸੋ ਬਹੁਤ ਸਾਰੇ ਪੈਰਾਮੀਟਰਸ ਨੇ ਜਿਨ੍ਹਾਂ ਨੂੰ ਸਾਨੂੰ ਦੇਖਣਾ ਪੈਣਾ। ਅੰਤ ਦੇ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ, ਇੱਕ ਤਾਂ ਭਾਰਤ ਦੀ ਫਿਗਰ ਹੈ, ਇੱਕ ਜਿਹੜੀ ਹੈਗੀ ਆ WHO ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਹੈ। ਉਹ ਜਿਵੇਂ ਕਹਿੰਦੇ ਹੁੰਦੇ ਨੇ ਇਟ ਇਜ਼ ਹਿਜ਼ ਵਰਸ਼ਨ ਵਰਸਸ ਦੀ ਅਦਰ ਵਰਸ਼ਨ, ਇਹ ਦੋਨੋਂ ਵਰਸ਼ਨ 'ਚ ਜਿਹੜਾ ਸੱਚ ਆ ਉਹ ਕਿਤੇ ਵਿੱਚ ਵਿਚਾਲੇ ਆ। ਉਹ ਅੰਦਾਜ਼ਾ ਹੀ ਲੱਗ ਸਕਦਾ, ਸ਼ਾਇਦ ਐਗਜ਼ੈਕਟ ਨੰਬਰ ਦਾ ਪਤਾ ਨਾ ਲੱਗੇ। ਪੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਕੱਲ੍ਹ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਸ਼ੁਕਰੀਆ ਜੀ।